ਸਤਿ ਸ਼੍ਰੀ ਅਕਾਲ ਜੀ। ਫਲਸਫੇ ਜ਼ਿੰਦਗੀ ਦੇ ਚੈਨਲ 'ਤੇ ਤੁਹਾਡਾ ਸਵਾਗਤ ਹੈ। ਅੱਜ ਦੀ ਕਹਾਣੀ ਮਾਤਾ ਦੀ ਇੱਕ ਹੱਡਬੀਤੀ ਕਹਾਣੀ ਹੈ ਜੀ। ਮਾਤਾ ਜੀ ਕਹਿੰਦੇ, ਜਿੰਨਾ ਮੈਂ ਜ਼ਿੰਦਗੀ ਵਿੱਚ ਸੁੱਖ ਦੇਖਿਆ ਉਸ ਤੋਂ ਵੀ ਜ਼ਿਆਦਾ ਮੈਂ ਦੁੱਖ ਦੇਖਿਆ। ਮਾਤਾ ਜੀ ਦੀ ਉਮਰ 60 ਸਾਲ ਦੀ ਸੀ। ਮਾਤਾ ਜੀ ਕਹਿੰਦੇ, ਅਸੀਂ 4 ਭੈਣ ਭਰਾ ਸੀ, 2 ਭੈਣਾਂ ਅਤੇ 2 ਭਰਾ। ਇੱਕ ਭਰਾ ਤੋਂ ਮੈਂ ਛੋਟੀ ਸੀ ਅਤੇ 2 ਭੈਣ ਭਰਾਵਾਂ ਤੋਂ ਵੱਡੀ। ਵੈਸੇ ਤਾਂ ਅਸੀਂ ਚਾਰੇ ਭੈਣ ਭਰਾ ਬਹੁਤ ਸੋਹਣੇ ਸੀ, ਪਰ ਮੈਂ ਸਾਰਿਆਂ ਤੋਂ ਜ਼ਿਆਦਾ ਸੋਹਣੀ ਸੀ। ਉੱਚੀ ਲੰਮੀ ਗੋਰੀ ਚਿੱਟੀ, ਘਰ ਦੇ ਸਾਰੇ ਕੰਮ ਤੋਂ ਇਲਾਵਾ ਕਢਾਈ ਸਿਲਾਈ ਦਾ ਕੰਮ ਵੀ ਜਾਣਦੀ ਸੀ। ਮੈਂ ਸੋਹਣੀ ਸੁਨੱਖੀ ਅਤੇ ਸੁਚੱਜੀ ਹੋਣ ਕਰਕੇ ਸਾਰਿਆਂ ਦੀ ਅੱਖ ਮੇਰੇ 'ਤੇ ਸੀ। ਮੈਂ 17 ਕੁ ਸਾਲ ਦੀ ਸੀ ਜਦੋਂ ਮੈਨੂੰ ਰਿਸ਼ਤੇ ਆਉਣੇ ਸ਼ੁਰੂ ਹੋ ਗਏ। ਪਰ ਮੇਰੇ ਪਿਓ ਨੇ ਕਹਿਣਾ ਕਿ 20 ਸਾਲ ਤੋਂ ਪਹਿਲਾਂ ਮੈਂ ਆਪਣੀ ਕੁੜੀ ਦਾ ਵਿਆਹ ਨਹੀਂ ਕਰਨਾ। ਮੇਰਾ ਪਿਓ ਪੜ੍ਹਿਆ ਲਿਖਿਆ ਅਤੇ ਪਰੇ ਪੰਚਾਇਤ ਵਿੱਚ ਬੈਠਣ ਵਾਲਾ ਬੰਦਾ ਸੀ। ਸਾਨੂੰ ਵੀ ਮੇਰੇ ਪਿਓ ਨੇ ਵਧੀਆ ਪੜ੍ਹਾਇਆ ਸੀ। ਫਿਰ ਮੇਰੇ ਮਾਮਾ ਜੀ ਨੇ ਮੇਰੇ ਰਿਸ਼ਤੇ ਦੀ ਦੱਸ ਪਾਈ ਤਾਂ ਉਹਨਾਂ ਨੇ ਦੱਸਿਆ ਕਿ ਮੁੰਡਾ ਥਾਣੇਦਾਰ ਲੱਗਿਆ, 50 ਕਿੱਲੇ ਜ਼ਮੀਨ ਮੁੰਡੇ ਨੂੰ ਆਉਂਦੀ ਆ ਅਤੇ ਸ਼ਹਿਰ ਦੇ ਵਿੱਚ ਘਰ ਵੀ ਬਹੁਤ ਸੋਹਣਾ ਬੰਗਲੇ ਵਰਗਾ। ਮੇਰੇ ਪਿਓ ਨੂੰ ਸਾਰਾ ਕੁਝ ਦੱਸਣ ਮੁਤਾਬਕ ਠੀਕ ਲੱਗਾ ਅਤੇ ਉਹਨਾਂ ਨੇ ਮੁੰਡੇ ਨੂੰ ਦੇਖਣ ਲਈ ਹਾਂ ਕਰ ਦਿੱਤੀ। ਫਿਰ ਮੇਰਾ ਪਿਓ ਮੁੰਡਾ ਦੇਖਣ ਗਿਆ। ਜਦੋਂ ਮੁੰਡਾ ਦੇਖਣ ਗਿਆ ਤਾਂ ਮੇਰੇ ਪਿਓ ਨੂੰ ਮੁੰਡਾ ਇੰਨਾ ਸੋਹਣਾ ਨਹੀਂ ਲੱਗਿਆ, ਪਰ ਘਰ ਪਰਿਵਾਰ ਸਭ ਕੁਝ ਵਧੀਆ ਹੋਣ ਕਰਕੇ ਮੇਰੇ ਮਾਮਾ ਜੀ ਨੇ ਸਮਝਾਇਆ ਕਿ ਕੋਈ ਨਹੀਂ, ਆਪਣੀ ਧੀ ਉਸ ਘਰ ਵਿੱਚ ਸੁੱਖ ਲਊ ਅਤੇ ਰਹੀ ਗੱਲ ਮੁੰਡੇ ਦੀ, ਜਵਾਨੀ ਭਰ ਕੇ ਆਪੇ ਸੋਹਣਾ ਹੋ ਜਾਏਗਾ। ਮੇਰੀ ਮਾਂ ਨੇ ਵੀ ਮੇਰੇ ਪਿਓ ਨੂੰ ਸਮਝਾਇਆ, ਕਿਹਾ ਕਿ ਘਰ ਪਰਿਵਾਰ ਵਧੀਆ, ਆਪਾਂ ਰਿਸ਼ਤਾ ਕਰ ਦਈਏ। ਫਿਰ ਸਾਰਿਆਂ ਦੇ ਕਹਿਣ 'ਤੇ ਮੇਰੇ ਪਿਓ ਨੇ ਮੇਰਾ ਰਿਸ਼ਤਾ ਉੱਥੇ ਕਰ ਦਿੱਤਾ। ਮੇਰਾ ਵਿਆਹ ਬਹੁਤ ਧੂਮ-ਧਾਮ ਨਾਲ ਕੀਤਾ। ਦੋਵੇਂ ਪਰਿਵਾਰ ਬਹੁਤ ਖੁਸ਼ ਸੀ। ਵਿਆਹ ਤੋਂ ਬਾਅਦ ਥਾਣੇਦਾਰ ਸਾਹਿਬ ਮੈਨੂੰ ਸ਼ਿਮਲੇ ਘੁਮਾਉਣ ਲਈ ਲੈ ਕੇ ਗਏ। ਮੈਂ ਬਹੁਤ ਖੁਸ਼ ਸੀ। ਫਿਰ ਇੱਦਾਂ ਹੀ ਖੁਸ਼ੀ-ਖੁਸ਼ੀ 9 ਸਾਲ ਕਿਵੇਂ ਬੀਤ ਗਏ ਮੈਨੂੰ ਪਤਾ ਹੀ ਨਾ ਚੱਲਿਆ। ਮੇਰੇ ਘਰ 4 ਬੱਚੇ ਹੋਏ, 2 ਕੁੜੀਆਂ ਅਤੇ 2 ਮੁੰਡੇ। ਉਦੋਂ ਮੁੰਡਿਆਂ ਦੀ ਜੋੜੀ ਰਲਾਉਣ ਦਾ ਬਹੁਤ ਰਿਵਾਜ਼ ਹੁੰਦਾ ਸੀ। ਬੱਚੇ ਵੱਡੇ ਹੋਏ ਤਾਂ ਥਾਣੇਦਾਰ ਸਾਹਿਬ ਦੀ ਐਕਸੀਡੈਂਟ ਹੋਣ ਕਰਕੇ ਮੌਤ ਹੋ ਗਈ, ਪਰ ਮੈਂ ਆਪਣੇ ਬੱਚਿਆਂ ਦੀ ਸਾਰੀ ਜ਼ਿੰਮੇਵਾਰੀ ਆਪ ਨਿਭਾਈ। ਫਿਰ ਮੈਂ 4 ਬੱਚਿਆਂ ਦੇ ਆਪ ਵਿਆਹ ਕੀਤੇ। ਦੋਵੇਂ ਕੁੜੀਆਂ ਬਹੁਤ ਵਧੀਆ ਘਰੇ ਵਿਆਹੀਆਂ। ਇੱਕ ਜਵਾਈ ਨੂੰ 70 ਕਿੱਲੇ ਜ਼ਮੀਨ ਅਤੇ ਦੂਜੇ ਨੂੰ 100 ਕਿੱਲਾ ਜ਼ਮੀਨ ਆਉਂਦੀ ਸੀ। ਮੈਂ ਆਪਣੀਆਂ ਧੀਆਂ ਨੂੰ ਉਹ ਸਭ ਕੁਝ ਦਿੱਤਾ ਜਿਹੜਾ ਮੈਨੂੰ ਦੇਣਾ ਚਾਹੀਦਾ ਸੀ। ਫਿਰ ਮੇਰੀ ਛੋਟੀ ਕੁੜੀ ਦੇ ਵਿਆਹ ਨੂੰ ਸਿਰਫ 5 ਕੁ ਸਾਲ ਹੀ ਹੋਏ ਸੀ ਜਦੋਂ ਮੇਰੇ ਜਵਾਈ ਦੀ ਮੌਤ ਹੋ ਗਈ। ਜਵਾਈ ਦੀ ਮੌਤ ਨੇ ਮੈਨੂੰ ਬਹੁਤ ਵੱਡਾ ਝਟਕਾ ਦਿੱਤਾ। ਮੇਰੀ ਧੀ ਮਸਾਂ 25 ਕੁ ਸਾਲਾਂ ਦੀ ਸੀ ਜਦੋਂ ਉਹ ਵਿਧਵਾ ਹੋ ਗਈ। ਉਸ ਕੋਲ 3 ਸਾਲ ਦੀ ਇੱਕ ਕੁੜੀ ਸੀ। ਭੋਗ ਤੋਂ ਪਿੱਛੋਂ ਮੈਂ ਉਸਦੇ ਸੱਸ ਸਹੁਰੇ ਨੂੰ ਕਿਹਾ ਕਿ ਮੇਰੀ ਧੀ ਅਜੇ ਕੋਈ ਉਮਰ ਨਹੀਂ ਹੈਗੀ। ਮੇਰੀ ਧੀ ਸਾਰੀ ਉਮਰ ਇੱਥੇ ਨਹੀਂ ਕੱਢ ਸਕਦੀ। ਇੱਦਾਂ ਤਾਂ ਤੁਸੀਂ ਕੁੜੀ ਨੂੰ ਰੱਖ ਲਓ ਅਤੇ ਮੈਂ ਆਪਣੀ ਧੀ ਦਾ ਵਿਆਹ ਕਰ ਦੇਵਾਂਗੀ। ਜੇ ਤੁਸੀਂ ਕੁੜੀ ਵੀ ਨਹੀਂ ਰੱਖਣੀ ਤਾਂ ਮੈਂ ਇਸ ਨੂੰ ਵੀ ਨਾਲ ਲੈ ਜਾਵਾਂਗੀ, ਇਹਦੀ ਜ਼ਿੰਮੇਵਾਰੀ ਮੈਂ ਲੈ ਲਵਾਂਗੀ। ਪਰ ਉਸ ਦੇ ਸੱਸ ਸਹੁਰੇ ਨੇ ਜਾਣ ਨਹੀਂ ਦਿੱਤਾ ਅਤੇ ਕਿਹਾ, ਅਸੀਂ ਇਸ ਨੂੰ ਦੂਜੇ ਮੁੰਡੇ ਦੇ ਘਰ ਬਿਠਾ ਦੇਵਾਂਗੇ। ਚਲੋ ਜੀ, ਮੈਂ ਸਾਰਿਆਂ ਦੇ ਕਹਿਣ 'ਤੇ ਆਪਣੀ ਧੀ ਨੂੰ ਦੂਜੇ ਮੁੰਡੇ ਦੇ ਘਰ ਬਿਠਾ ਦਿੱਤਾ। ਫਿਰ ਉਸ ਦੇ ਘਰ ਕੁੜੀ ਹੋਈ। ਅਜੇ ਮੈਨੂੰ ਉਸ ਵੱਲੋਂ ਸੁੱਖ ਦਾ ਸਾਹ ਆਇਆ ਹੀ ਸੀ ਤਾਂ ਮੇਰੇ ਦੂਜੇ ਜਵਾਈ ਨੂੰ ਵੀ ਕੈਂਸਰ ਹੋ ਗਿਆ। ਉਹ ਵੀ ਜਦੋਂ ਪਤਾ ਲੱਗਾ ਤਾਂ ਲਾਸਟ ਸਟੇਜ 'ਤੇ ਸੀ। ਡਾਕਟਰ ਨੇ ਕਿਹਾ ਇਸ ਦਾ ਖੂਨ ਬਦਲਣਾ ਪਏਗਾ ਅਤੇ ਅਸੀਂ ਕਿਹਾ ਕੋਈ ਗੱਲ ਨਹੀਂ ਡਾਕਟਰ ਸਾਹਿਬ, ਜਿੰਨਾ ਪੈਸਾ ਮਰਜ਼ੀ ਲੱਗ ਜੇ ਪਰ ਇਸ ਨੂੰ ਕੁਝ ਹੋਣਾ ਨਹੀਂ ਚਾਹੀਦਾ। ਪਰ ਕਹਿੰਦੇ ਆ ਪੈਸੇ ਨਾਲ ਉਮਰ ਨਹੀਂ ਵਧਾਈ ਜਾਂਦੀ। ਖੂਨ ਬਦਲਣ ਲੱਗੇ ਤਾਂ ਉਹੀ ਹੋਇਆ ਜਿਸ ਦਾ ਮੈਨੂੰ ਡਰ ਸੀ। ਮੇਰੇ ਜਵਾਈ ਦੀ ਮੌਤ ਹੋ ਗਈ। ਉਸ ਵਕਤ ਮੈਨੂੰ ਇਹ ਸਮਝ ਨਹੀਂ ਆ ਰਿਹਾ ਸੀ ਕਿ ਅਸੀਂ ਇਸ ਨੂੰ ਘਰ ਕਿਵੇਂ ਲੈ ਕੇ ਜਾਈਏ। ਮੇਰੇ ਤੋਂ ਆਪਣੀ ਧੀ ਦੇ ਮੂੰਹ ਵੱਲ ਦੇਖਿਆ ਨਹੀਂ ਜਾਂਦਾ ਸੀ। ਮੇਰੀ ਧੀ ਦੇ ਵਿਆਹ ਨੂੰ 10 ਸਾਲ ਹੋਏ ਸੀ ਅਤੇ ਇਸ ਕੋਲ 2 ਮੁੰਡੇ ਸੀ। ਮੈਂ ਆਪਣੀਆਂ ਧੀਆਂ ਵੱਲੋਂ ਬਹੁਤ ਦੁਖੀ ਹੋ ਗਈ। ਮੇਰਾ ਦਿਨ ਅਤੇ ਰਾਤ ਦਾ ਸੁੱਖ ਚੈਨ ਸਭ ਕੁਝ ਖਤਮ ਹੋ ਚੁੱਕਾ ਸੀ। ਫਿਰ ਪ੍ਰਾਹੁਣੇ ਦੀ ਮੌਤ ਤੋਂ ਬਾਅਦ ਸਾਰੇ ਹੀ ਬਦਲ ਗਏ।
ਉਹ ਮੇਰੀ ਧੀ ਨੂੰ ਬੁਲਾਉਣੋਂ ਹਟ ਗਏ। ਉਹ ਬਿਲਕੁਲ ਇਕੱਲੀ ਹੋ ਗਈ। ਮੈਂ ਆਪਣੀ ਧੀ ਨੂੰ ਕੋਲ ਲੈ ਆਈ। 70 ਕਿੱਲੇ ਜ਼ਮੀਨ ਹੋਣ ਦੇ ਬਾਵਜੂਦ ਮੇਰੀ ਧੀ ਫਕੀਰਾਂ ਵਰਗੀ ਹੋ ਗਈ। ਫਿਰ ਮੈਂ ਸਾਰਾ ਖਰਚਾ ਬੱਚਿਆਂ ਦੀ ਪੜ੍ਹਾਈ ਲਿਖਾਈ ਦਾ, ਜਾਣ ਆਉਣ ਦਾ ਅਤੇ ਦਵਾਈ ਦਾਰੂ ਦਾ ਮੈਂ ਆਪ ਕਰਦੀ ਰਹੀ। ਹੁਣ ਮੈਨੂੰ 24 ਘੰਟੇ ਦਾ ਸੱਲ ਲੱਗ ਗਿਆ ਆਪਣੀ ਧੀ ਦਾ। ਫਿਰ ਉਸਦੇ ਸਹੁਰਿਆਂ ਦੇ ਸਾਰੇ ਰਿਸ਼ਤੇਦਾਰਾਂ ਨੂੰ ਮੈਂ ਕਹਿ ਕਹਾ ਕੇ ਕੁਝ ਜ਼ਮੀਨ ਦਾ ਹਿੱਸਾ ਲੈ ਕੇ ਦਿੱਤਾ। ਫਿਰ ਮੈਂ ਸ਼ਹਿਰ ਵਿੱਚ ਆਪਣੀ ਧੀ ਨੂੰ ਘਰ ਬਣਾ ਕੇ ਦਿੱਤਾ ਅਤੇ ਉਸ ਨੂੰ ਆਪਣੇ ਘਰ ਵਿੱਚ ਬਿਠਾਇਆ। ਫਿਰ ਕੁਝ ਟਾਈਮ ਪਿਆ ਤਾਂ ਮੇਰੇ ਛੋਟੇ ਮੁੰਡੇ ਦੀ ਹਾਰਟ ਅਟੈਕ ਹੋਣ ਨਾਲ ਮੌਤ ਹੋ ਗਈ। ਮੈਂ ਉਸ ਤੋਂ ਵੀ ਜ਼ਿਆਦਾ ਦੁਖੀ ਹੋ ਗਈ। ਉਦੋਂ ਮੇਰੀ ਨੂੰਹ ਕੋਲ 2 ਬੱਚੇ ਸੀ, ਕੁੜੀ ਅਤੇ ਮੁੰਡਾ। ਪਰ ਮੇਰੀ ਨੂੰਹ ਬਹੁਤ ਜ਼ਿਆਦਾ ਸਮਝਦਾਰ ਲੜਕੀ ਸੀ। ਹੁਣ ਮੇਰੇ ਤੋਂ ਆਪਣੀ ਨੂੰਹ ਦੇ ਮੂੰਹ ਵੱਲ ਦੇਖਿਆ ਨਹੀਂ ਜਾਂਦਾ ਸੀ। ਫਿਰ ਮੈਂ ਉਸਦੇ ਮਾਂ-ਪਿਓ ਨੂੰ ਕਿਹਾ ਕਿ ਜੇ ਤੁਸੀਂ ਇਸ ਦਾ ਵਿਆਹ ਕਰਨਾ ਤਾਂ ਤੁਸੀਂ ਕਰ ਸਕਦੇ ਹੋ। ਮੈਂ ਬੱਚਿਆਂ ਨੂੰ ਰੱਖ ਲਵਾਂਗੀ ਅਤੇ ਜੇ ਤੁਸੀਂ ਕਹੋਗੇ ਤਾਂ ਮੈਂ ਇਹਨੂੰ ਆਪਣੀ ਧੀ ਬਣਾ ਕੇ ਵਿਆਹ ਦੇਵਾਂਗੀ। ਪਰ ਉਹਨਾਂ ਨੇ ਕਿਹਾ, ਭੈਣ ਜੀ, ਅਸੀਂ ਕੁਝ ਨਹੀਂ ਕਹਿੰਦੇ, ਤੁਸੀਂ ਸਾਡੀ ਧੀ ਨੂੰ ਆਪ ਹੀ ਪੁੱਛ ਲਓ। ਜਿਵੇਂ ਉਹ ਕਹੇਗੀ ਅਸੀਂ ਉਵੇਂ ਕਰ ਲਵਾਂਗੇ। ਮੈਂ ਆਪਣੀ ਨੂੰਹ ਨੂੰ ਕੋਲ ਬਿਠਾ ਕੇ ਪੁੱਛਿਆ, ਪਰ ਉਸਨੇ ਵਿਆਹ ਕਰਾਉਣ ਤੋਂ ਇਨਕਾਰ ਕਰ ਦਿੱਤਾ। ਉਸਨੇ ਕਿਹਾ, ਮਾਂ, ਮੈਂ ਤੇਰੀ ਧੀ ਬਣ ਕੇ ਤੇਰੇ ਕੋਲ ਰਹਾਂਗੀ। ਉਸ ਦਾ ਦੁੱਖ ਵੀ ਮੈਂ ਢਿੱਡ ਵਿੱਚ ਪਾ ਲਿਆ। ਫਿਰ ਉਸ ਤੋਂ ਬਾਅਦ ਕੁਝ ਟਾਈਮ ਪਿਆ ਤਾਂ ਉਸ ਤੋਂ ਵੀ ਵੱਡਾ ਕਹਿਰ ਮੇਰੇ ਨਾਲ ਹੋਇਆ, ਜਿਸ ਨੇ ਮੈਨੂੰ ਤੋੜ ਕੇ ਹੀ ਰੱਖ ਦਿੱਤਾ। ਮੇਰੀ ਛੋਟੀ ਧੀ ਡਿੱਗਣ ਕਰਕੇ ਮੌਤ ਹੋ ਗਈ। ਸੱਟ ਉਸ ਦੇ ਸਿਰ 'ਤੇ ਲੱਗ ਗਈ ਅਤੇ ਜਦੋਂ ਉਸ ਨੂੰ ਹਸਪਤਾਲ ਲੈ ਕੇ ਗਏ ਤਾਂ ਡਾਕਟਰ ਨੇ ਦੇਖ ਕੇ ਜਵਾਬ ਦੇ ਦਿੱਤਾ। ਡਾਕਟਰ ਨੇ ਕਿਹਾ ਕਿ ਸਿਰ 'ਤੇ ਚੋਟ ਆਉਣ ਕਰਕੇ ਖੂਨ ਇਸ ਦੇ ਅੰਦਰ ਪੈ ਗਿਆ ਹੈ। ਇਸ ਦੀ ਮੌਤ ਹੋ ਚੁੱਕੀ ਹੈ। ਜਦੋਂ ਮੈਨੂੰ ਪਤਾ ਲੱਗਾ ਤਾਂ ਮੈਂ ਬੇਹੋਸ਼ ਹੋ ਕੇ ਧਰਤੀ 'ਤੇ ਡਿੱਗ ਪਈ। ਉਸ ਦਿਨ ਤੋਂ ਬਾਅਦ ਮੇਰੇ ਤੋਂ ਉੱਠ ਹੀ ਨਹੀਂ ਹੋਇਆ। ਧੀ ਅਤੇ ਪੁੱਤ ਦਾ ਦੁੱਖ ਜਿਵੇਂ ਮੇਰੇ ਹੱਡਾਂ ਨੂੰ ਘੁਣ ਬਣ ਕੇ ਲੱਗ ਗਿਆ। ਮੇਰੀ ਭੁੱਖ ਅਤੇ ਪਿਆਸ ਖਤਮ ਹੋ ਗਈ। ਮੈਂ ਅੱਖਾਂ ਬੰਦ ਕਰਦੀ ਤਾਂ ਮੈਨੂੰ ਧੀ ਅਤੇ ਪੁੱਤ ਹਮੇਸ਼ਾ ਅੱਖਾਂ ਸਾਹਮਣੇ ਦਿਸਦੇ ਨੇ। ਜਦੋਂ ਹਵਾ ਚੱਲਦੀ ਹੈ ਅਤੇ ਦਰੱਖਤਾਂ ਦੇ ਪੱਤੇ ਆਪਸ ਵਿੱਚ ਭਿੜਦੇ ਆ ਅਤੇ ਉਹ ਆਵਾਜ਼ ਮੇਰੇ ਜਦੋਂ ਕੰਨਾਂ ਵਿੱਚ ਪੈਂਦੀ ਆ ਤਾਂ ਮੇਰੇ ਦਿਲ ਨੂੰ ਜਿਵੇਂ ਧੂਹ ਜਿਹੀ ਪੈ ਜਾਂਦੀ ਹੈ। ਮੈਂ ਭੱਜ ਕੇ ਅੰਦਰ ਵੜ ਜਾਂਦੀ ਹਾਂ ਅਤੇ ਮੇਰੇ ਤੋਂ ਇਹ ਦੁੱਖ ਸਹਿ ਨਹੀਂ ਹੁੰਦਾ। ਮੈਂ ਜਿੰਨਾ ਜਵਾਨੀ ਵਿੱਚ ਸੁੱਖ ਲਿਆ ਸੀ, ਉਸ ਤੋਂ ਵੀ ਜ਼ਿਆਦਾ ਬੁਢਾਪੇ ਵਿੱਚ ਦੁਖੀ ਹੋ ਗਈ। ਹੁਣ ਮੈਂ ਦੁੱਖਾਂ ਦੀ ਮਾਰੀ ਮੌਤ ਉਡੀਕਦੀ ਹਾਂ ਅਤੇ ਮੈਨੂੰ ਰੱਬ ਮੌਤ ਵੀ ਨਹੀਂ ਦਿੰਦਾ। ਮੈਂ ਕਹਿੰਦੀ ਹਾਂ, ਰੱਬਾ, ਇਹੀ ਮੌਤ ਮੈਨੂੰ ਆ ਜਾਂਦੀ ਅਤੇ ਮੇਰਾ ਇਸ ਦੁੱਖ ਭਰੀ ਜ਼ਿੰਦਗੀ ਤੋਂ ਛੁਟਕਾਰਾ ਹੋ ਜਾਂਦਾ। ਹਰ ਵੇਲੇ ਰੱਬ ਅੱਗੇ ਇਹੀ ਅਰਦਾਸ ਕਰਦੀ ਰਹਿੰਦੀ ਹਾਂ, ਰੱਬਾ, ਕਿਸੇ ਮਾਂ ਨੂੰ ਉਸ ਦੀ ਔਲਾਦ ਦਾ ਕਦੇ ਵੀ ਦੁੱਖ ਨਾ ਵਿਖਾਈ। ਉਸ ਤੋਂ ਪਹਿਲਾਂ ਮਾਂ ਨੂੰ ਇਸ ਦੁਨੀਆ ਤੋਂ ਲੈ ਜਾਈਂ। ਆਪਣੀ ਔਲਾਦ ਦਾ ਦੁੱਖ ਸਹਿਣਾ ਬਹੁਤ ਔਖਾ ਹੁੰਦਾ ਹੈ। ਵਾਹਿਗੁਰੂ, ਰਿਜ਼ਕ ਬੇਸ਼ੱਕ ਘੱਟ ਦੇ ਦੀ, ਪਰ ਕਿਸੇ ਨੂੰ ਇੰਨਾ ਦੁੱਖ ਨਾ ਦੇਈਂ। ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।